ਗੁੱਡ ਆਫਟਰਨੂਨ ਜੀ। ਸੈਕਸ਼ਨ ਏ ਦੇ ਵਿੱਚ ਆਪਣੇ ਸਿਰਫ 2 ਹੀ ਟੋਪਿਕ ਰਹਿ ਗਏ, ਨੋਬਲ ਨੈਟਵੇਅਰ ਅਤੇ ਅਰਪਾਨੈਟ। ਅੱਜ ਆਪਾਂ ਦੋਨੋਂ ਹੀ ਕਵਰ ਕਰ ਲਾਂਗੇ ਅਤੇ ਆਪਣਾ ਸੈਕਸ਼ਨ ਏ ਹੈ ਜਿਹੜਾ ਕੰਪਲੀਟ ਹੋ ਜਾਊਗਾ। ਅਤੇ ਕੱਲ੍ਹ ਤੋਂ ਆਪਾਂ ਸੈਕਸ਼ਨ ਬੀ ਸਟਾਰਟ ਕਰਾਂਗੇ ਅਤੇ ਤੁਹਾਡੇ ਟੈਸਟ ਨਾਲ ਦੀ ਨਾਲ ਕੰਟੀਨਿਊ ਆਪਾਂ ਕਰ ਲਾਂਗੇ। ਇੱਕ ਦੋ ਦਿਨ ਛੱਡ ਕੇ ਆਪਾਂ ਟੈਸਟ ਕਰ ਲਿਆ ਕਰਾਂਗੇ ਅਤੇ ਨਾਲ ਜਿਸ ਦਿਨ ਟੈਸਟ ਹੋਇਆ ਕਰੂ ਉਸ ਦਿਨ ਛੋਟਾ ਟੋਪਿਕ ਕਰ ਲਿਆ ਕਰਾਂਗੇ। ਅਦਰਵਾਈਜ਼ ਆਪਣਾ ਸਿਲੇਬਸ ਇੱਦਾਂ ਹੀ ਚੱਲਦਾ ਰਹੂਗਾ। ਅਤੇ ਫਸਟ ਆਪਾਂ ਅੱਜ ਦਾ ਜਿਹੜਾ ਟੋਪਿਕ ਹੈਗਾ ਨੋਬਲ ਨੈਟਵੇਅਰ ਐਂਡ ਅਰਪਾਨੈਟ। ਨੋਬਲ ਨੈਟਵੇਅਰ ਦੇਖੋ ਇੱਕ ਨੈਟਵਰਕ ਸਿਸਟਮ ਹੈ ਜਿਹੜਾ ਸਿੰਪਲ ਜਿਹੜੇ ਆਪਣੇ PC ਹੈ, ਪਰਸਨਲ ਕੰਪਿਊਟਰ ਹੈ, ਉਹਨਾਂ ਦੇ ਉੱਤੇ ਜ਼ਿਆਦਾ ਯੂਜ਼ ਕੀਤਾ ਜਾਂਦਾ ਸੀ। ਨੋਬਲ ਨੈਟਵੇਅਰ ਹੈ, ਇਹਨੂੰ ਡਿਜ਼ਾਈਨ ਕੀਤਾ ਸੀਗਾ ਮਤਲਬ ਯੂਜ਼ਡ ਬਾਈ ਕੰਪਨੀਜ਼ ਡਾਊਨ ਸਾਈਜ਼ਿੰਗ ਫਰੋਮ ਅ ਮੇਨ ਫਰੇਮ। ਵੀ ਛੋਟੇ ਸਾਈਜ਼ ਦੇ ਜਿਹੜੇ ਆਪਣੇ ਸੀਗੇ ਕੰਪਿਊਟਰ ਉਸ ਟਾਈਮ 'ਤੇ, ਜਿਵੇਂ ਪਰਸਨਲ ਕੰਪਿਊਟਰ ਹੈ, ਉਹਨਾਂ ਲਈ ਮੇਨਲੀ ਇਹਨੂੰ ਡਿਜ਼ਾਈਨ ਕੀਤਾ ਗਿਆ ਸੀ ਕਿ ਜਿਹੜੇ ਪਰਸਨਲ ਕੰਪਿਊਟਰ ਆਪਾਂ ਯੂਜ਼ ਕਰਦੇ ਹਾਂ ਹਿਊਮਨ ਬੀਇੰਗ, ਉਹ 'ਤੇ ਇਹ ਕੰਮ ਕਰ ਸਕੇ। ਕਿਉਂਕਿ ਜਿਹੜੇ ਮੇਨ ਫਰੇਮ ਸੀ ਜਾਂ ਫਿਰ ਵੱਡੇ ਲੈਵਲ ਦੇ ਸੁਪਰ ਕੰਪਿਊਟਰ ਸੀ, ਉਹਨਾਂ ਲਈ ਇਹ ਜਿਹੜੇ ਨੈਟਵਰਕ ਅਲੱਗ ਡਿਜ਼ਾਈਨ ਕੀਤੇ ਜਾਂਦੇ ਸੀ। ਤਾਂ ਜਿਹੜਾ ਹਰ ਇੱਕ ਡੈਸਕਟੋਪ PC ਹੈ, ਕੋਈ ਵੀ ਪਰਸਨਲ ਕੰਪਿਊਟਰ ਹੈ, ਡੈਸਕਟੋਪ ਕੰਪਿਊਟਰ ਹੈ, ਜ਼ਿਆਦਾਤਰ ਸਾਰੇ ਐਜ਼ ਅ ਕਲਾਇੰਟ ਇਹਦੇ ਵਿੱਚ ਫੰਕਸ਼ਨ ਕਰਦੇ ਨੇ। ਅਤੇ ਜਿਹੜੇ ਜ਼ਿਆਦਾ ਪਾਵਰਫੁੱਲ PC ਹੈ, ਥੋੜ੍ਹਾ ਉਹਨਾਂ ਦੀ ਕਪੈਸਿਟੀ ਜ਼ਿਆਦਾ ਹੈ ਨਾ, ਉਹਨਾਂ ਦੀ ਮਤਲਬ ਮੈਮਰੀ ਵਗੈਰਾ ਜ਼ਿਆਦਾ ਹੈ, ਉਹਨਾਂ ਨੂੰ ਆਪਾਂ ਐਜ਼ ਅ ਸਰਵਰ ਇਹਦੇ ਵਿੱਚ ਨੈਟਵਰਕ ਦੇ ਵਿੱਚ ਕੰਟੇਨ ਕਰਦੇ ਹਾਂ। ਜਿਹੜੇ ਸਿੰਪਲ ਆਪਾਂ ਯੂਜ਼ ਕਰਦੇ PC, ਉਹਨਾਂ ਨੂੰ ਐਜ਼ ਅ ਕਲਾਇੰਟ ਯੂਜ਼ ਕਰਦੇ ਆ। ਅਤੇ ਜਿਹੜੇ ਥੋੜ੍ਹੇ ਪਾਵਰਫੁੱਲ PC ਹੈ, ਉਹਨਾਂ ਦੀ ਕੁਛ ਨਾ ਕੁਛ ਖਾਸੀਅਤ ਹੈ, ਉਹਨਾਂ ਦੇ ਵਿੱਚ ਫੀਚਰ ਐਕਸਟਰਾ ਹੈ ਬਾਕੀ PCs ਨਾਲੋਂ, ਉਹਨਾਂ ਨੂੰ ਆਪਾਂ ਐਜ਼ ਅ ਸਰਵਰ ਓਪਰੇਟ ਕਰਦੇ ਹਾਂ। ਅਤੇ ਜਿਹੜਾ ਸਰਵਰ ਹੈ ਉਹ ਕੁਛ ਫਾਈਲ ਸਰਵਿਸ ਦਿੰਦਾ ਆਪਣੇ ਕਲਾਇੰਟਸ ਨੂੰ, ਆ ਜਿਹੜੇ ਸਰਵਿਸ ਪ੍ਰੋਵਾਈਡ ਕਰਦਾ, ਜਿਵੇਂ ਫਾਈਲ ਸਰਵਿਸ ਦਿੰਦਾ, ਡੇਟਾਬੇਸ ਦਿੰਦਾ, ਬਾਕੀ ਹੋਰ ਕੋਈ ਸਿਸਟਮ ਦੀ ਕਲੈਕਸ਼ਨ ਹੈ, ਕੋਈ ਹੋਰ ਡੇਟਾ ਉਹਨਾਂ ਕੋਲ, ਉਹ ਜਿਹੜਾ ਸਰਵਰ ਹੈ ਜਿਹੜਾ ਸ਼ੇਅਰ ਕਰਦਾ ਆਪਣੇ ਕਲਾਇੰਟਸ ਦੇ ਨਾਲ। ਬਾਕੀ ਦੂਸਰੇ ਆਪਾਂ ਸ਼ਬਦਾਂ 'ਤੇ ਇਹ ਕਹਿ ਸਕਦੇ ਹਾਂ ਕਿ ਜਿਹੜਾ ਨੋਬਲ ਨੈਟਵੇਅਰ ਹੈ, ਇਹ ਕਲਾਇੰਟ ਸਰਵਰ ਆਰਕੀਟੈਕਚਰ 'ਤੇ ਇਸ ਮਾਡਲ 'ਤੇ ਬੇਸ ਹੈ ਕਿ ਇੱਕ ਇਹਦੇ ਵਿੱਚ ਸਰਵਰ ਹੁੰਦਾ, ਬਾਕੀ ਸਾਰੇ PC ਨੂੰ ਆਪਾਂ ਕਲਾਇੰਟ ਬਣਾ ਕੇ ਚੱਲਦੇ ਹਾਂ। ਸਰਵਰ ਹੈ ਜਿਹੜੀ ਸਾਰੀਆਂ ਫੈਸਿਲਿਟੀਜ਼ ਸਰਵਿਸਿਜ਼ ਹੈ ਜਿਹੜੀਆਂ ਕਲਾਇੰਟਸ ਨੂੰ ਪ੍ਰੋਵਾਈਡ ਕਰਦਾ। ਅਤੇ ਜੇਕਰ ਕਲਾਇੰਟਸ ਨੇ ਆਪਸ ਵਿੱਚ ਕੋਈ ਡਾਟਾ ਸ਼ੇਅਰ ਕਰਨਾ ਤਾਂ ਸਰਵਰ ਦੇ ਥਰੂ ਕਰ ਸਕਦਾ। ਜਿਹੜਾ ਕਲਾਇੰਟ ਸਰਵਰ ਮਾਡਲ ਦੇ ਵਿੱਚ ਜਿਹੜਾ ਫੈਸਿਲਿਟੀਜ਼ ਆਪਾਂ ਨੂੰ ਪ੍ਰੋਵਾਈਡ ਹੁੰਦੀਆਂ, ਨੋਬਲ ਨੈਟਵੇਅਰ ਦੇ ਵਿੱਚ ਵੀ ਉਹੀ ਫੈਸਿਲਿਟੀਜ਼ ਸੇਮ ਆਪਾਂ ਨੂੰ ਪ੍ਰੋਵਾਈਡ ਹੁੰਦੀਆਂ, ਕਿਉਂਕਿ ਇਹ ਕਲਾਇੰਟ ਸਰਵਰ ਮਾਡਲ 'ਤੇ ਹੀ ਬੇਸਡ ਹੈ। ਦੇਖੋ ਇਹਦੇ ਵਿੱਚ ਆਪਾਂ ਪਹਿਲਾਂ ਕੀਤਾ ਸੀ DCP/IP ਮਾਡਲ, ਉਹਦੇ ਵਿੱਚ ਸਿਰਫ 4 ਲੇਅਰਸ ਹੁੰਦੀਆਂ ਸੀਗੀਆਂ। ਨੋਬਲ ਨੈਟਵੇਅਰ ਜਿਹੜਾ ਮਾਡਲ ਹੈ, ਇਹਦੇ ਵਿੱਚ 5 ਲੇਅਰਸ ਹੈ: ਫਿਜ਼ੀਕਲ ਲੇਅਰ, ਡੇਟਾ ਲਿੰਕ ਲੇਅਰ, ਨੈਟਵਰਕ ਲੇਅਰ, ਟਰਾਂਸਪੋਰਟ ਲੇਅਰ ਅਤੇ ਐਪਲੀਕੇਸ਼ਨ ਲੇਅਰ। ਸੈਸ਼ਨ ਲੇਅਰ ਅਤੇ ਪ੍ਰੈਜੈਂਟੇਸ਼ਨ ਲੇਅਰ ਉਹ ਇਹਦੇ ਵਿੱਚ ਵੀ ਆਪਾਂ ਯੂਜ਼ ਨਹੀਂ ਕਰਦੇ, ਅਤੇ TCP/IP ਮਾਡਲ ਦੇ ਵਿੱਚ ਵੀ ਸੈਸ਼ਨ ਅਤੇ ਪ੍ਰੈਜੈਂਟੇਸ਼ਨ ਲੇਅਰ ਯੂਜ਼ ਨਹੀਂ ਹੁੰਦੀ ਸੀਗੀ। ਨੋਬਲ ਨੈਟਵੇਅਰ ਹੈ ਜਿਹੜਾ, ਇਹਦੀ ਆਪਾਂ ਇਹਦੇ ਵਿੱਚ ਆਪਾਂ ਨੂੰ ਡਾਇਗਰਾਮ ਦੇ ਵਿੱਚ ਡਿਸਕਰਾਈਬ ਕੀਤਾ ਹੋਇਆ ਕਿ ਇਹਦੇ ਵਿੱਚ 5 ਲੇਅਰਸ ਹੁੰਦੀਆਂ। ਅਤੇ ਇਹ ਜਿਹੜਾ ਪੁਰਾਣਾ ਜ਼ੀਰੋਕਸ ਨੈਟਵਰਕ ਸਿਸਟਮ ਸੀ ਉਹਦੇ 'ਤੇ ਬੇਸਡ ਹੈ। ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਜ਼ੀਰੋਕਸ ਨੈਟਵਰਕ ਸਿਸਟਮ ਹੈ ਉਹਨੂੰ ਮੋਡੀਫਾਈ ਕੀਤਾ ਹੋਇਆ, ਉਹਦੇ ਵਿੱਚ ਮੋਡੀਫਿਕੇਸ਼ਨਸ ਕਰਕੇ ਕਾਫੀ ਸਾਰੀਆਂ ਨੋਬਲ ਨੈਟਵੇਅਰ ਨੂੰ ਹੈ ਜਿਹੜਾ ਉਹ ਆਪਣੇ ਲਈ ਪ੍ਰਪੋਜ਼ ਕੀਤਾ ਗਿਆ। ਦੇਖੋ ਸਭ ਤੋਂ ਪਹਿਲਾਂ ਫਿਜ਼ੀਕਲ ਲਿੰਕ ਲੇਅਰ ਦੇ ਵਿੱਚ ਕਹਿੰਦੇ ਆਪਾਂ ਕੋਈ ਵੀ ਜਿਹੜਾ ਸਟੈਂਡਰਡ ਯੂਜ਼ ਕਰ ਸਕਦੇ ਹਾਂ, ਜਿਵੇਂ ਇੰਥਰਨੈਟ ਹੋ ਗਿਆ, IVM ਟੋਕਨ ਰਿੰਗ ਹੋ ਗਿਆ। ਫਿਰ ਨੈਟਵਰਕ ਲੇਅਰ ਦੇ ਵਿੱਚ ਜਿਹੜਾ ਹੈਗਾ IPX ਇੰਟਰਨੈਟ ਪੈਕੇਟ ਐਕਸਚੇਂਜ। ਦੇਖੋ ਆਪਾਂ ਕੀਤਾ ਸੀ TCP/IP ਮਾਡਲ ਦੇ ਵਿੱਚ ਨੈਟਵਰਕ ਲੇਅਰ ਹੈ ਜਿਹੜੀ, ਇਹ ਮੇਨਲੀ ਹੁੰਦੀ ਹੈ ਕਿ ਡਾਟਾ ਟਰਾਂਸਫਰ ਕਰਦੀ ਹੈ, ਕਨੈਕਸ਼ਨ ਇਸਟੈਬਲਿਸ਼ ਕਰਦੀ ਹੈ ਹੋਸਟ ਦੇ ਵਿੱਚ ਅਤੇ ਦੂਜੇ ਸਰਵਰ ਦੇ ਵਿੱਚ, ਜਾਂ ਆਪਾਂ ਕਹਿ ਸਕਦੇ ਹਾਂ ਕਿ ਸੈਂਡਰ ਅਤੇ ਰਿਸੀਵਰ ਦੇ ਵਿੱਚ ਜਿਹੜਾ ਕਨੈਕਸ਼ਨ ਕ੍ਰੀਏਟ ਕਰਦੀ ਹੈ ਉਹ ਨੈਟਵਰਕ ਲੇਅਰ ਕ੍ਰੀਏਟ ਕਰਦੀ ਹੈ। ਇਹਦੇ ਵਿੱਚ ਹੈ ਜਿਵੇਂ ਲਿਖਿਆ ਅਨਰਿਲਾਏਬਲ ਕਨੈਕਸ਼ਨ ਲੈਸ ਆਪਾਂ ਕੀਤਾ ਸੀ, ਜਿਵੇਂ ਕਿ ਜਿਹਦੇ ਵਿੱਚ ਰਿਸੀਵਰ ਫੀਡਬੈਕ ਸੈਂਡ ਨਹੀਂ ਕਰਦਾ ਆਪਾਂ ਨੂੰ, ਜਿਹਦੇ ਵਿੱਚ ਆਪਾਂ ਜੇ ਸੈਂਡਰ ਨੇ ਡਾਟਾ ਸੈਂਡ ਕੀਤਾ, ਰਿਸੀਵਰ ਨੇ ਰਿਸੀਵ ਕਰ ਲਿਆ ਤਾਂ ਉਹਦੀ ਫੀਡਬੈਕ ਭੇਜੂਗਾ, ਉਹ ਹੁੰਦਾ ਕਨੈਕਸ਼ਨ ਓਰੀਐਂਟ। ਅਤੇ ਜਿਹਦੇ ਵਿੱਚ ਰਿਸੀਵਰ ਨੇ ਡਾਟਾ ਤਾਂ ਰਿਸੀਵ ਕਰ ਲਿਆ ਬਟ ਕੋਈ ਵੀ ਫੀਡਬੈਕ ਵਾਪਸ ਨਹੀਂ ਭੇਜੀ ਆਪਾਂ ਨੂੰ, ਉਹ ਹੁੰਦਾ ਜੀ ਕਨੈਕਸ਼ਨ ਲੈਸ। ਤਾਂ ਇਹਦੇ ਵਿੱਚ ਕਨੈਕਸ਼ਨ ਲੈਸ ਜਿਹੜਾ ਨੈਟਵਰਕ ਲੇਅਰ ਦੇ ਵਿੱਚ ਕਨੈਕਸ਼ਨ ਲੈਸ ਆਪਾਂ ਨੈਟਵਰਕ ਇਸਟੈਬਲਿਸ਼ ਕਰਦੇ ਹਾਂ। ਅਤੇ ਇਹ ਜਿਹੜੇ ਪ੍ਰੋਟੋਕੋਲ ਦੇ ਥਰੂ ਹੁੰਦਾ ਉਹਨੂੰ ਕਹਿੰਦੇ ਆ IPX ਇੰਟਰਨੈਟ ਪੈਕੇਟ ਐਕਸਚੇਂਜ। ਅਤੇ ਜਿਹੜਾ ਡਾਟਾ ਉਹ ਟਰਾਂਸਪੇਰੈਂਟਲੀ ਜਾਂਦਾ, ਮਤਲਬ ਪੂਰਾ ਆਪਾਂ ਨੂੰ ਸ਼ੋਅ ਹੁੰਦਾ, ਕੋਈ ਵੀ ਇਹਦੇ ਵਿੱਚ ਛੁਪਾਇਆ ਨਹੀਂ ਜਾਂਦਾ ਕਿ ਕਿਹੜਾ ਡਾਟਾ ਸੋਰਸ ਤੋਂ ਡੈਸਟੀਨੇਸ਼ਨ ਦੇ ਵਿੱਚ ਜਾ ਰਿਹਾ।
ਤਾਂ ਜਿਹੜਾ IPX ਪ੍ਰੋਟੋਕੋਲ ਹੈ ਬਿਲਕੁਲ IP ਜਿਹੜਾ ਇੰਟਰਨੈਟ ਪ੍ਰੋਟੋਕੋਲ ਦੀ ਤਰ੍ਹਾਂ ਬਿਲਕੁਲ ਕੰਮ ਕਰਦਾ। ਉਹਦਾ ਐਡਰੈਸ ਲੈਂਦਾ ਇੱਕ ਰਿਸੀਵਰ ਦਾ ਜਿੱਥੇ ਡਾਟਾ ਭੇਜਣਾ, ਅਤੇ ਉਹਦੇ ਐਡਰੈਸ ਦੇ ਉੱਪਰ ਹੀ ਕੰਮ ਕਰਦਾ। ਅਤੇ ਇਹਦੇ ਵਿੱਚ ਹੈ ਜਿਹੜਾ ਇਟ ਯੂਜ਼ਿਜ਼ 12 ਬਾਈਟ ਐਡਰੈਸ, ਇਹਦੇ ਵਿੱਚ 12 ਬਾਈਟ ਐਡਰੈਸ ਯੂਜ਼ ਕੀਤਾ ਜਾਂਦਾ, ਅਤੇ 4 ਬਾਈਟ ਐਡਰੈਸ ਜਿਹੜਾ ਨਹੀਂ ਯੂਜ਼ ਕੀਤਾ ਜਾਂਦਾ। ਨੈਕਸਟ IPX ਕਮਜ਼ ਅ ਕਨੈਕਸ਼ਨ ਓਰੀਐਂਟਡ ਟਰਾਂਸਪੋਰਟ ਪ੍ਰੋਟੋਕੋਲ। ਅਤੇ ਜਦੋਂ ਆਪਾਂ ਨੂੰ ਲੋੜ ਪਈ ਕਿ ਜਦੋਂ ਰਿਸੀਵਰ ਨੂੰ ਆਪਣੇ ਕੋਲ ਕੋਈ ਫੀਡਬੈਕ ਨਹੀਂ ਭੇਜਦਾ, ਤਾਂ ਆਪਾਂ ਸੈਂਡਰ ਨੂੰ ਕੀ ਪਤਾ ਲੱਗੂ ਕਿ ਡਾਟਾ ਪਹੁੰਚਿਆ ਕਿ ਨਹੀਂ, ਤਾਂ ਸੈਂਡਰ ਕਿੰਨਾ ਕੁ ਟਾਈਮ ਵੇਟ ਕਰੇ। ਤਾਂ ਉਹਦੇ ਲਈ ਆਪਾਂ ਨੂੰ ਕਨੈਕਸ਼ਨ ਓਰੀਐਂਟਡ ਦੀ ਲੋੜ ਪਈ ਕਿ ਫੀਡਬੈਕ ਆਵੇ, ਤਾਂ ਉਹਦੇ ਲਈ ਆਪਾਂ ਨੈਕਸਟ ਇੱਕ ਪ੍ਰੋਟੋਕੋਲ ਯੂਜ਼ ਕਰਨ ਲੱਗੇ NCP, ਨੈਟਵਰਕ ਕੋਰ ਪ੍ਰੋਸੈਸਰ। ਇਹਦੇ ਵਿੱਚ ਆਪਾਂ ਨੂੰ ਫੈਸਿਲਿਟੀ ਮਿਲੀ ਕਨੈਕਸ਼ਨ ਓਰੀਐਂਟਡ ਦੀ ਕਿ ਜਿਹੜਾ ਰਿਸੀਵਰ ਹੈ ਉਹ ਆਪਾਂ ਨੂੰ ਫੀਡਬੈਕ ਵਾਪਸ ਸੈਂਡ ਕਰਦਾ ਸੀਗਾ ਕਿ ਹਾਂਜੀ ਰਿਸੀਵਰ ਕੋਲ ਡਾਟਾ ਪਹੁੰਚ ਗਿਆ ਜਾਂ ਨਹੀਂ ਪਹੁੰਚਿਆ ਜਾਂ ਕੋਈ ਪ੍ਰੋਬਲਮ ਹੈ। ਤਾਂ ਉਹ ਕਨੈਕਸ਼ਨ ਓਰੀਐਂਟਡ ਦੀ ਫੈਸਿਲਿਟੀ ਆਪਾਂ ਨੂੰ ਟਰਾਂਸਪੋਰਟ ਲੇਅਰ ਦੇ ਵਿੱਚ NCP, ਨੈਟਵਰਕ ਕੋਰ ਪ੍ਰੋਟੋਕੋਲ ਪ੍ਰੋਵਾਈਡ ਕਰਦਾ। ਅਤੇ ਟਰਾਂਸਪੋਰਟ ਲੇਅਰ ਦੇ ਵਿੱਚ ਇੱਕ ਹੋਰ ਪ੍ਰੋਟੋਕੋਲ ਯੂਜ਼ ਕੀਤਾ ਜਾਂਦਾ, ਉਹਨੂੰ ਕਹਿੰਦੇ ਜੀ SPX, ਸੀਕੁਐਂਸਡ ਪੈਕਟ ਐਕਸਚੇਂਜ। ਇਟ ਇਜ਼ ਆਲਸੋ ਅਵੇਲੇਬਲ ਬਟ ਪ੍ਰੋਵਾਈਡ ਓਨਲੀ ਟਰਾਂਸਪੋਰਟ। ਤਾਂ ਇਹ ਸਿਰਫ ਆਪਾਂ ਨੂੰ ਟਰਾਂਸਪੋਰਟ, ਜਿਵੇਂ NCP ਤਾਂ ਆਪਾਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਦਾ ਫੀਡਬੈਕ ਦੀ, ਬਟ ਜਿਹੜਾ SPX ਹੈ ਸਿਰਫ ਟਰਾਂਸਪੋਰਟ ਦੇ ਕੰਮ ਲਈ ਯੂਜ਼ ਕੀਤਾ ਜਾਂਦਾ, ਕਿ ਸਿਰਫ ਡਾਟਾ ਭੇਜਣ ਲਈ ਯੂਜ਼ ਕੀਤਾ ਜਾਂਦਾ। ਤਾਂ ਅੱਗੇ ਦੇਖੋ ਲਿਖਿਆ ਸੈਸ਼ਨ ਐਂਡ ਪ੍ਰੈਜੈਂਟੇਸ਼ਨ ਲੇਅਰ ਡੂ ਨਾਟ ਐਗਜ਼ਿਸਟ। ਤਾਂ ਸੈਸ਼ਨ ਅਤੇ ਪ੍ਰੈਜੈਂਟੇਸ਼ਨ ਲੇਅਰ ਨਹੀਂ ਹੁੰਦੀ। ਵੇਰੀਅਸ ਐਪਲੀਕੇਸ਼ਨ ਪ੍ਰੋਟੋਕੋਲ ਆਰ ਪ੍ਰੈਜੈਂਟ ਇਨ ਐਪਲੀਕੇਸ਼ਨ ਲੇਅਰ। ਐਪਲੀਕੇਸ਼ਨ ਲੇਅਰ ਦੇ ਵਿੱਚ ਕਾਫੀ ਸਾਰੇ ਪ੍ਰੋਟੋਕੋਲ ਹੈ, ਜਿਵੇਂ ਫਾਈਲ ਸਰਵਰ ਹੋ ਗਿਆ, SAP ਹੋ ਗਿਆ, ਜਿੰਨੇ ਵੀ ਬਾਕੀ ਪ੍ਰੋਟੋਕੋਲ ਆਪਾਂ ਨੂੰ ਚਾਹੀਦੇ ਆ ਫਾਈਲ ਟਰਾਂਸਫਰ ਲਈ FTP ਚਾਹੀਦਾ, ਮੇਲ ਟਰਾਂਸਫਰ ਲਈ SMTP ਚਾਹੀਦਾ, ਉਹ ਸਾਰੇ ਆਪਾਂ ਨੂੰ ਐਪਲੀਕੇਸ਼ਨ ਲੇਅਰ 'ਤੇ ਮਿਲ ਜਾਂਦੇ ਨੇ। ਨੈਕਸਟ ਇਹਦੇ ਵਿੱਚ ਆਪਾਂ ਪੈਕਟ ਦੇ ਵਿੱਚ ਡਾਟਾ ਸੈਂਡ ਕਰਦੇ ਹਾਂ। ਇੰਟਾਇਰ ਆਰਕੀਟੈਕਚਰ ਇਜ਼ ਦਾ ਇੰਟਰਨੈਟ ਡੇਟਾਗ੍ਰਾਮ ਪੈਕਟ ਔਨ ਦਾ ਟੋਪ ਆਫ ਵਿਚ ਐਵਰੀਥਿੰਗ ਐਲਸ ਇਜ਼ ਬਿਲਟ। ਕਿ ਆਪਾਂ ਇਹਦੇ ਵਿੱਚ ਟੋਪ 'ਤੇ ਪੈਕਟ ਨੂੰ ਰੱਖਦੇ ਹਾਂ ਡੇਟਾ ਜਿਹੜਾ IPX ਹੈ, ਜਿਹਦੇ ਵਿੱਚ ਕਨੈਕਸ਼ਨ ਇਸਟੈਬਲਿਸ਼ ਹੁੰਦਾ। ਡੇਟਾ ਆਪਾਂ ਪੈਕਟ ਦੇ ਵਿੱਚ ਸੈਂਡ ਕਰਦੇ ਹਾਂ ਸੈਂਡਰ ਤੋਂ ਰਿਸੀਵਰ ਤੱਕ। ਨੈਕਸਟ ਜਿਵੇਂ ਫੀਲਡ ਦੇ ਵਿੱਚ ਪਹਿਲਾਂ ਚੈੱਕਸਮ ਦਿੱਤਾ ਗਿਆ, ਇਹ ਰੇਅਰਲੀ ਯੂਜ਼ ਹੁੰਦੀ ਹੈ, ਕਿਸੇ ਆਪਾਂ ਪੈਕਟ ਦੇ ਨਾਲ ਜਿਹੜਾ ਚੈੱਕਸਮ ਫੀਲਡ ਯੂਜ਼ ਕਰਦੇ ਹਾਂ, ਅਤੇ ਇਹਨੂੰ ਜਿਹੜਾ ਡਾਟਾ ਲਿੰਕ ਲੇਅਰ ਦੇ ਵਿੱਚ ਯੂਜ਼ ਕੀਤਾ ਜਾਂਦਾ। ਅਤੇ ਫਿਰ ਨੈਕਸਟ ਪੈਕਟ ਲੈਂਥ ਆ ਗਈ ਕਿ ਪੈਕਟ ਦੀ ਲੈਂਥ ਕਿੰਨੀ ਹੈ, ਕਿੰਨੇ ਬਾਈਟਸ ਦਾ ਆਪਾਂ ਇੱਕ ਪੈਕਟ ਯੂਜ਼ ਕਰ ਰਹੇ ਹਾਂ। ਟਰਾਂਸਫਰ ਕੰਟਰੋਲ ਫੀਲਡ ਕਾਊਂਟਸ ਹਾਊ ਮੈਨੀ ਨੈਟਵਰਕਸ ਦਾ ਪੈਕਟ ਹੈਜ਼ ਟਰਾਂਸਫਰਡ। ਟਰਾਂਸਫਰ ਕੰਟਰੋਲ ਚੈੱਕ ਕਰਦਾ ਕਿ ਜਿਹੜੇ ਕਿੰਨੇ ਪੈਕਟ ਹੈ, ਮਤਲਬ ਉਹ ਸੈਂਡ ਹੋ ਚੁੱਕੀ ਹੈ ਅਤੇ ਕਿੰਨੇ ਹੋਣ ਵਾਲੇ ਆ। ਸਾਰਾ ਟਰਾਂਸਪੋਰਟ ਦਾ ਕੰਟਰੋਲ ਹੈ ਜਿਹੜਾ ਟਰਾਂਸਪੋਰਟ ਬਿਟ ਚੈੱਕ ਕਰਦੀ ਹੈ ਕਿ ਕਿੰਨੇ ਟਰਾਂਸਫਰ ਹੋ ਗਏ, ਕਿੰਨੇ ਹੋਣ ਵਾਲੇ ਆ। ਨੈਕਸਟ ਹੈ ਪੈਕਟ ਟਾਈਪ, ਕਿ ਪੈਕਟ ਦੀ ਟਾਈਪ ਕਿਸ ਤਰ੍ਹਾਂ ਦੀ ਹੋਊਗੀ, ਕਿਸ ਤਰ੍ਹਾਂ ਦਾ ਪੈਕਟ ਹੋਊਗਾ, ਕਿੰਨੀ ਮਤਲਬ ਉਹਦੇ ਵਿੱਚ ਕਿੰਨੀਆਂ ਬਿਟਸ ਦੀਆਂ ਹੋਣਗੇ ਪੈਕਟ ਹੋਊਗਾ। ਤਾਂ ਉਹ ਸਾਰਾ ਪੈਕਟ ਟਾਈਪ ਦੇ ਵਿੱਚ ਚੈੱਕ ਹੁੰਦਾ ਕਿ ਜਿਵੇਂ ਆਪਾਂ ਸਪੋਜ਼ ਫਿਕਸ ਕੀਤਾ ਕਿ ਆਪਾਂ 12 ਬਿਟ ਦਾ ਹੀ ਪੈਕਟ ਸੈਂਡ ਕਰਨਾ, ਅਤੇ ਫਿਰ ਪੈਕਟ ਟਾਈਪ ਹੈ ਜਿਹੜਾ ਹਰ ਵਾਰ ਚੈੱਕ ਕਰੂਗਾ ਕਿ ਜਿਹੜਾ ਪੈਕਟ ਸੈਂਡਰ ਸੈਂਡ ਕਰ ਰਿਹਾ ਕਿ ਉਹ 12 ਬਿਟ ਦਾ ਹੀ ਹੈ, ਉਸ ਤੋਂ ਵੱਡਾ ਤਾਂ ਛੋਟਾ ਤਾਂ ਨਹੀਂ। ਤਾਂ ਇਸ ਅਕੋਰਡਿੰਗ ਜਿੰਨਾ ਪੈਕਟ ਟਾਈਪ ਆਪਾਂ ਉਹਦੇ ਵਿੱਚ ਫਿਕਸ ਕੀਤਾ, ਓਨੇ ਹੀ ਬਾਈਟ ਦਾ ਬਿਟ ਦਾ ਪੈਕਟ ਹੈ ਜਿਹੜਾ ਸੈਂਡਰ ਸੈਂਡ ਕਰੂਗਾ ਰਿਸੀਵਰ ਨੂੰ। ਇਹ ਸੀਗਾ ਜੀ ਆਪਣਾ ਨੋਵਲ ਨੈਟਵੇਅਰ। ਦੇਖੋ ਇਹ ਜ਼ਿਆਦਾ ਕੋਈ ਲੈਂਥੀ ਕੁਐਸਚਨ ਤਾਂ ਬਣਦਾ ਨਹੀਂ ਆ, ਮੈਂ ਕਾਫੀ ਨੈੱਟ ਤੋਂ ਵੀ ਸਰਚ ਕੀਤਾ, ਬਟ ਇਹਦੀ ਥਿਊਰੀ ਇੰਨੀ ਹੀ ਮਿਲਦੀ ਹੈ, ਤਾਂ ਕਰਕੇ ਸ਼ੋਰਟ ਵਿੱਚ ਆਉਣ ਦੇ ਚਾਂਸ ਹੈ। ਲੈਂਥ ਜਿਹੜਾ ਵੱਡਾ ਕੁਐਸਚਨ ਹੈ, ਲੈਂਥੀ ਕੁਐਸਚਨ ਨਹੀਂ ਇਹਦਾ ਬਣਦਾ ਹੈਗਾ, ਇਹਦੇ ਵਿੱਚ ਸ਼ੋਰਟ ਦੇ ਆਉਣ ਦੇ ਚਾਂਸ ਹੈ। ਨੈਕਸਟ ਹੈਗਾ ਜੀ ਆਪਣਾ ARPANET। ARPANET ਕਹਿੰਦੇ 1950 ਤੋਂ ਬਾਅਦ 1950 ਤੋਂ ਬਾਅਦ ARPANET ਸ਼ੁਰੂ ਹੋਇਆ। ਇਹਦੀ ਆਪਾਂ ਨੂੰ ਕਿਵੇਂ ਜ਼ਰੂਰਤ ਪਈ, ਜਦੋਂ ਐਟ ਦਾ ਹਾਈਟ ਆਫ ਦਾ ਕੋਲਡ ਵਾਰ ਡੋਡ ਵਾਂਟਡ, ਜਿਹੜਾ ਡੋਡ ਸੀ ਉਹਨਾਂ ਨੂੰ ਚਾਹੀਦਾ ਸੀ ਕਿ ਇੱਕ ਇਹੋ ਜਿਹਾ ਕੰਟਰੋਲ ਹੋਵੇ, ਇਹੋ ਜਿਹਾ ਨੈਟਵਰਕ ਹੋਵੇ ਜਿਹੜਾ ਨਿਊਕਲੀਅਰ ਵਾਰ ਦੇ ਵੇਲੇ ਵੀ ਸਰਵਾਈਵ ਕਰੇ। ਮਤਲਬ ਕਿ ਇਹੋ ਜਿਹਾ ਇੱਕ ਨੈਟਵਰਕ ਹੋਵੇ ਜਿਹੜਾ ਆਪਾਂ ਨੂੰ ਵਾਰਸ ਦੇ ਵਿੱਚ ਵੀ ਹੈਲਪ ਕਰੇ। ਜੇਕਰ ਆਪਾਂ ਮਿਲਟਰੀ ਨੂੰ ਕੁਛ ਆਪਾਂ ਦੇਣੀ ਆ, ਸੂਚਨਾ ਦੇਣੀ, ਕੋਈ ਇਨਫੋਰਮੇਸ਼ਨ ਦੇਣੀ ਆ, ਤਾਂ ਬਾਰ ਦੇ ਵਿੱਚ ਜ਼ਿਆਦਾਤਰ ਇਹ ਹੁੰਦਾ ਕਿ ਜਦੋਂ ਦੇਖੋ ਯੁੱਧ ਲੱਗ ਜਾਂਦਾ ਤਾਂ ਨੈਟਵਰਕ ਸਾਰੇ ਕੰਮ ਕਰਨੇ ਬੰਦ ਕਰ ਦਿੰਦੇ ਆ। ਤਾਂ ਉਹਨਾਂ ਨੂੰ ਇਹੋ ਜਿਹਾ ਨੈਟਵਰਕ ਚਾਹੀਦਾ ਸੀ ਜਿਹੜਾ ਯੁੱਧ ਲੱਗੇ ਦੇ ਬਾਵਜੂਦ ਕੰਮ ਕਰੇ, ਅਤੇ ਆਪਣੀ ਜਿਹੜੀ ਮਿਲਟਰੀ ਹੈ, ਜਿਹੜੀ ਵੀ ਆਪਣੀ ਆਰਮੀ, ਉਹਨਾਂ ਕੋਲ ਅਪਡੇਟ ਇਨਫੋਰਮੇਸ਼ਨ ਜਾਵੇ। ਤਾਂ ਫਿਰ ਉਸ ਟਾਈਮ 'ਤੇ ਜਿਹੜਾ ਯੂਜ਼ ਹੁੰਦਾ ਸੀ ਪਬਲਿਕ ਟੈਲੀਫੋਨ ਨੈਟਵਰਕ, ਬਟ ਉਹ ਜਿਹੜਾ ਆਪਾਂ ਮਿਲਟਰੀ ਦੇ ਮਤਲਬ ਯੁੱਧ ਦੇ ਟਾਈਮ 'ਤੇ ਉਹ ਜ਼ਿਆਦਾਤਰ ਆਪਾਂ
ਫੇਲਡ ਹੋ ਜਾਂਦੇ। ਜਿਵੇਂ ਇਹ ਵਾਲਾ ਦੇਖੋ, ਪਹਿਲਾਂ ਫਸਟ ਏ ਵਾਲਾ ਡਾਇਗਰਾਮ ਹੈ, ਇਹ ਟੈਲੀਫੋਨ ਸਿਸਟਮ ਹੈ। ਦੇਖੋ ਅਲੱਗ-ਅਲੱਗ ਜਿਹੜੇ ਹੈਗੇ ਨੇ, ਜਿਹੜੇ ਡੋਟਸ ਨੇ ਇਹ ਆਫਿਸ ਨੇ ਮੰਨ ਲਓ, ਅਤੇ ਜਿਹੜੇ ਇਹਨਾਂ ਦੇ ਵਿੱਚ ਲਾਈਨਸ ਜਾ ਰਹੀਆਂ ਇਹ ਲਿੰਕ ਨੇ। ਜਿਵੇਂ ਅਲੱਗ-ਅਲੱਗ ਆਫਿਸ ਦਾ ਦੂਸਰੇ ਆਫਿਸ ਨਾਲ ਲਿੰਕ ਲਈ ਸਿਰਫ ਇੱਕੋ ਹੀ ਲਾਈਨ ਜਾ ਰਹੀ ਹੈ, ਤਾਂ ਮੰਨ ਲਓ ਕੋਈ ਯੁੱਧ ਵੇਲੇ ਇਹ ਲਾਈਨ ਹੀ ਆਪਣੀ ਡਿਸਕਨੈਕਟ ਹੋ ਗਈ, ਲਾਈਨ ਆਪਣੀ ਖ਼ਰਾਬ ਹੋ ਗਈ, ਤਾਂ ਜਿਹੜੇ ਅਲੱਗ-ਅਲੱਗ ਆਫਿਸ ਨੇ ਉਹਨਾਂ ਕੋਲ ਇਨਫੋਰਮੇਸ਼ਨ ਨਹੀਂ ਜਾ ਸਕਦੀ। ਜਦੋਂ ਮੰਨ ਲਓ ਆਪਣੀ ਇੱਕੋ ਲਾਈਨ, ਦੋ ਆਫਿਸ ਦੇ ਵਿੱਚ ਇੱਕੋ ਹੀ ਲਾਈਨ ਜਾ ਰਹੀ ਹੈ ਜਿਹਦੇ ਨਾਲ ਉਹ ਡੇਟਾ ਸ਼ੇਅਰ ਕਰ ਸਕਦੇ, ਇੱਕੋ ਹੀ ਚੈਨਲ ਆ ਉਹਨਾਂ ਦੇ ਵਿਚਾਲੇ, ਤਾਂ ਯੁੱਧ ਦੇ ਦੌਰਾਨ ਹੋ ਸਕਦਾ ਕਿਸੇ ਵੀ ਪ੍ਰੋਬਲਮ ਕਰਕੇ ਆਪਣੀ ਇਹ ਲਾਈਨ ਹੈ ਜਿਹੜੀ ਉਹ ਡਿਸਕਨੈਕਟ ਹੋ ਜੇ, ਆਪਣਾ ਨੈਟਵਰਕ ਫੇਲ ਹੋ ਜੇ, ਤਾਂ ਆਪਾਂ ਹੋਰ ਆਪਣੇ ਕੋਲ ਕੋਈ ਆਪਸ਼ਨ ਹੀ ਹੈ ਨਹੀਂ ਡਾਟਾ ਇੱਕ ਦੂਸਰੇ ਨੂੰ ਸੈਂਡ ਕਰਨ ਦੀ। ਤਾਂ ਫਿਰ ਉਸ ਟਾਈਮ 'ਤੇ ਜਿਹੜਾ ਪਬਲਿਕ ਟੈਲੀਫੋਨ ਨੈਟਵਰਕ ਸੀ ਬਹੁਤ ਵਲਨਰੇਬਲ, ਬਹੁਤ ਕਮੀਆਂ ਸੀ ਇਹਦੇ ਵਿੱਚ, ਬਹੁਤ ਖਾਮੀਆਂ ਸੀ, ਤਾਂ ਕਰਕੇ ਆਪਾਂ ਨੂੰ ਇੱਕ ਇਹੋ ਜਿਹਾ ਕਿ ਉਹ ਨੈਟਵਰਕ ਲੱਭ ਰਹੇ ਸੀ ਕਿ ਜਿਹੜਾ ਯੁੱਧ ਦੇ ਟਾਈਮ ਵੀ ਉਹਨਾਂ ਨੂੰ ਹੈਲਪ ਕਰੇ। ਤਾਂ ਫਿਰ ਅਰਾਊਂਡ 1960 ਮਤਲਬ 1960 ਦੇ ਨੇੜੇ ਹੈ ਜਿਹੜਾ ਡੋਡ ਨੂੰ ਇੱਕ ਕੰਟਰੈਕਟ ਦਿੱਤਾ ਗਿਆ ਕਿ ਇਹਦਾ ਕੋਈ ਸਲਿਊਸ਼ਨ ਲੱਭੋ, ਤੁਸੀਂ ਇਹੋ ਜਿਹਾ ਇੱਕ ਨੈਟਵਰਕ ਬਣਾਓ ਤਾਂ ਕਿ ਉਹ ਵਾਰ ਦੇ ਟਾਈਮ 'ਤੇ ਵੀ ਆਪਣੇ ਕੰਮ ਆ ਸਕੇ। ਵਨ ਆਫ ਇਟਸ ਇੰਪਲੋਈ ਪਾਰਲ ਵਾਰਨ ਕਮ ਅਪ ਵਿਦ ਦਾ ਹਾਈਲੀ ਡਿਸਟਰੀਬਿਊਟਡ ਐਂਡ ਫੋਲਟ ਟੋਲਰੈਂਟ ਡਿਜ਼ਾਈਨ। ਤਾਂ ਫਿਰ ਜਿਹੜਾ ਨੈਕਸਟ ਬੀ ਵਾਲਾ ਡਿਜ਼ਾਈਨ ਹੈਗਾ, ਡਾਇਗਰਾਮ ਦੇ ਵਿੱਚ ਬੀ ਡਿਜ਼ਾਈਨ ਹੈ, ਉਹਨਾਂ ਦੇ ਇੱਕ ਇੰਪਲੋਈ ਸੀ ਪੌਲ ਵੈਰਨ। ਉਹਨੇ ਇਹ ਮਤਲਬ ਡਿਜ਼ਾਈਨ ਤਿਆਰ ਕੀਤਾ ਸੀ ਕਿ ਆਪਾਂ ਅਲੱਗ-ਅਲੱਗ ਆਫਿਸ ਦੇ ਵਿੱਚ ਇੱਕ ਤੋਂ ਵੱਧ ਕਨੈਕਸ਼ਨ ਇਸਟੈਬਲਿਸ਼ ਕਰੀਏ, ਤਾਂ ਕਿ ਜੇ ਇੱਕ ਕਨੈਕਸ਼ਨ ਵੀ ਫੇਲ ਹੋ ਗਿਆ ਬਾਕੀ ਕਨੈਕਸ਼ਨ ਦੇ ਥਰੂ ਹੈ ਜਿਹੜਾ ਆਫਿਸ ਨੂੰ ਇਨਫੋਰਮੇਸ਼ਨ ਪਹੁੰਚ ਜਾਵੇ। ਤਾਂ ਇਹਦਾ ਮਤਲਬ ਆਪਾਂ ਕਹਿ ਸਕਦੇ ਹਾਂ ਇਨਵੈਂਟਰ ਕੌਣ ਹੈ, ਪੌਲ ਵੈਰਨ। ਸਿੰਸ ਦਾ ਪਾਥ ਬਿਟਵੀਨ ਐਨੀ ਟੂ ਸਪੀਚਸ, ਉਹੀ ਗੱਲ ਕਹੀ ਗਈ ਕਿ ਦੋ ਜਾਂ ਦੋ ਤੋਂ ਵੱਧ ਜਿਹੜੇ ਪਾਥ ਹੈ ਦੋ ਆਫਿਸ ਦੇ ਵਿੱਚ ਹੋਣ, ਤਾਂ ਕਿ ਜੇ ਇੱਕ ਮਤਲਬ ਪਾਥ ਫੇਲ ਹੋ ਗਿਆ ਤਾਂ ਆਪਾਂ ਨੈਕਸਟ ਦੂਸਰਾ ਪਾਥ ਹੈ ਜਿਹੜਾ ਉਹ ਯੂਜ਼ ਕਰ ਸਕੀ। ਤਾਂ ਉਹਨੇ ਇਹ ਬਣਾਇਆ ਸੀਗਾ। ਤਾਂ ਵੈਰਨ ਪ੍ਰੋਟੋਕੋਲ ਯੂਜ਼ਿੰਗ ਡਿਜੀਟਲ ਪੈਕਟ ਸਵਿਚਿੰਗ ਟੈਕਨੋਲੋਜੀ ਥਰੂ ਦਾ ਸਿਸਟਮ, ਵੈਰਨ ਰੋਟ ਸੈਵਰਲ ਰਿਪੋਰਟਸ। ਤਾਂ ਫਿਰ ਉਹਨਾਂ ਨੇ ਆਪਣੀਆਂ ਆਈਡੀਆ ਨੂੰ ਡਿਟੇਲ ਦੇ ਵਿੱਚ ਕਾਫੀ ਸਾਰੀਆਂ ਰਿਪੋਰਟਸ ਲਿਖੀਆਂ ਡੋਡ ਨੂੰ, ਪਰ ਜਿਵੇਂ ਓਫੀਸ਼ੀਅਲ ਐਟ ਦਾ ਪੈਂਟਾਗਨ ਲਾਈਕ ਪਹਿਲਾਂ ਜਿਹੜਾ ਪੈਂਟਾਗਨ ਸੀਗਾ ਉਹਨਾਂ ਦਾ ਪੂਰੀ ਟੀਮ ਸੀ, ਉਹਨਾਂ ਨੂੰ ਜਿਹੜਾ ਏਟੀ ਅਤੇ ਟੀ ਦੀ USA ਦੀ ਇੱਕ AT-T ਵਾਲੀ ਲੈਬੋਰਟਰੀ ਸੀ, ਉਹਨਾਂ ਨੂੰ ਸ਼ੁਰੂ 'ਚ ਉਹਨਾਂ ਦਾ ਕੰਸੈਪਟ ਬਹੁਤ ਵਧੀਆ ਲੱਗਿਆ, ਉਹਨਾਂ ਨੇ ਲਾਈਕ ਕੀਤਾ। ਪਰ ਜਿਹੜਾ ਵੈਰਨ ਸੀ ਦੇਖੋ ਇੱਕ ਸਿਰਫ ਇੰਪਲੋਈ ਸੀਗਾ, ਯੰਗ ਇੰਪਲੋਈ ਸੀ, ਤਾਂ ਫਿਰ ਉਹਨਾਂ ਨੂੰ ਇਹ ਲੱਗਿਆ ਵੀ ਇਹਦਾ ਇੱਕ ਯੰਗ ਇੰਪਲੋਈ ਨੂੰ ਇੰਨੀ ਕਿੱਥੇ ਨੌਲੇਜ, ਉਹ ਇੰਨਾ ਵਧੀਆ ਡਿਜ਼ਾਈਨ ਕਿੱਥੇ ਤਿਆਰ ਕਰ ਸਕਦਾ ਜਿਹੜਾ ਯੁੱਧ ਦੇ ਟਾਈਮ 'ਤੇ ਆਪਣਾ ਹੈਲਪ ਕਰ ਸਕੇ। ਤਾਂ ਕਰਕੇ ਉਹਨਾਂ ਨੇ ਵੈਰਨ ਦਾ ਆਈਡੀਆ ਡਿਸਮਿਸ ਕਰਦਾ, ਉਹਦੇ ਆਈਡੀਆ 'ਤੇ ਕੋਈ ਵੀ ਵਰਕ ਨਹੀਂ ਕੀਤਾ। ਫਿਰ ਕਾਫੀ ਸਾਲ ਲੰਘੇ, ਫਿਰ ਡੋਡ ਨੂੰ ਕਹਿੰਦੇ ਹਲੇ ਤੱਕ ਵੀ ਕੋਈ ਇਹੋ ਜਿਹਾ ਕਮਾਂਡ ਜਾਂ ਇਹੋ ਜਿਹਾ ਕੰਟਰੋਲ ਸਿਸਟਮ ਨਹੀਂ ਮਿਲਿਆ ਸੀ ਜਿਹਦੇ ਵਿੱਚ ਜਿਹੜਾ ਪੂਰੀ ਤਰ੍ਹਾਂ ਮਤਲਬ ਆਪਾਂ ਨਾ ਯੁੱਧ ਦੇ ਟਾਈਮ 'ਤੇ ਆਪਣੀ ਹੈਲਪ ਕਰ ਸਕੇ। ਤਾਂ ਫਿਰ ਉਸ ਤੋਂ ਪਹਿਲਾਂ 1957 ਵਿੱਚ ਸੋਵੀਅਤ ਯੂਨੀਅਨ ਨੇ USA ਨੂੰ ਹਰਾਤਾ ਸੀ, ਕਿਉਂਕਿ ਸੋਵੀਅਤ ਯੂਨੀਅਨ ਨੇ USA ਤੋਂ ਪਹਿਲਾਂ ਇੱਕ ਸੈਟੇਲਾਈਟ ਲਾਂਚ ਕਰਤਾ ਸੀ, ਸਪੂਤਨਿਕ। ਅਤੇ ਉਸ ਟਾਈਮ ਜਿਹੜੇ ਪ੍ਰੈਜ਼ੀਡੈਂਟ ਸੀਗੇ ਆਈਸਨਹੋਵਰ, ਉਹਨਾਂ ਨੇ ਫਾਈਂਡ ਆਊਟ ਹੂ ਵਾਜ਼ ਅਸਲੀਪ ਐਟ ਦਾ ਸਵਿਚ ਹੀ ਹੈਵ ਅਪੀਲਡ ਟੂ ਫਾਈਂਡ ਦਾ ਆਰਮੀ। ਤਾਂ ਉਹਨਾਂ ਨੇ ਕਿਹਾ ਸੀ ਆਰਮੀ ਨੂੰ, ਆਪਣੀ ਸਾਰੀ ਫੋਰਸ ਨੂੰ ਕਿਹਾ ਕਿ ਉਹੋ ਜਿਹਾ ਮਤਲਬ ਲੱਭੋ ਇੱਕ ਸਿਸਟਮ, ਤਾਂ ਕਿ ਆਪਾਂ ਜਿਹੜੇ ਹੈਗੇ ਨੇ ਕੰਟਰੋਲ ਕਰ ਸਕੀਏ ਯੁੱਧ ਦੇ ਟਾਈਮ ਵੀ ਆਪਣੀ ਇਨਫੋਰਮੇਸ਼ਨ ਹੈ ਜਿਹੜੀ ਉਹ ਆਪਾਂ ਨੂੰ ਮਿਲਦੀ ਰਹੇ। ਤਾਂ ਆਪਾਂ ਵੀ ਇਹੋ ਜਿਹਾ ਸਿਸਟਮ ਇੱਕ ਲਾਂਚ ਕਰੀਏ, ਇਹੋ ਜਿਹਾ ਆਪਾਂ ਨੈਟਵਰਕ ਤਿਆਰ ਕਰੀਏ। ਹਿਜ਼ ਇਮੀਡੀਏਟ ਰਿਸਪੋਂਸ ਵਾਜ਼ ਟੂ ਕ੍ਰੀਏਟ ਅ ਸਿੰਗਲ ਡਿਫੈਂਸ ਰਿਸਰਚ ARPA ਦਾ ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ। ਤਾਂ ਉਹਨਾਂ ਕੋਲ ਸਿਰਫ ਉਸ ਟਾਈਮ 'ਤੇ ਇੱਕੋ ਹੀ ਚੋਇਸ ਮਿਲੀ, ARPA ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ। ARPA ਹੈਜ਼ ਨੋ ਸਾਇੰਟਿਸਟ ਔਰ ਲੈਬੋਰਟਰੀ। ARPA ਉਸ ਟਾਈਮ 'ਤੇ ਬਹੁਤ ਛੋਟਾ ਜਿਹਾ ਇੱਕ ਆਪਾਂ ਕਹਿ ਸਕਦੇ ਹਾਂ ਆਫਿਸ ਸੀਗਾ, ਬਿਲਕੁਲ ਛੋਟਾ ਜਿਹਾ ਉਹਦਾ ਬਜਟ ਸੀਗਾ, ਜਿਹਨੂੰ ਕੌਣ ਸੀ ਜਿਹੜਾ ਸੀਗੇ ਉਹਨਾਂ ਦੇ ਇੰਪਲੋਈ ਪੌਲ ਵੈਰਨ ਨੇ ਸਟਾਰਟ ਕੀਤਾ ਸੀ। ਕੋਈ ਇਹਦੇ ਵਿੱਚ ਸਾਇੰਟਿਸਟ ਨਹੀਂ ਸੀ ਜ਼ਿਆਦਾ, ਕੋਈ ਜ਼ਿਆਦਾ ਲੈਬੋਰਟਰੀਜ਼ ਹੈ ਨਹੀਂ ਸੀ ਟੈਸਟ ਕਰ ਲਈ, ਸਿਰਫ ਇੱਕ ਛੋਟਾ ਜਿਹਾ ਆਫਿਸ ਕਹਿ ਸਕਦੇ, ਛੋਟਾ ਜਿਹਾ ਬਜਟ ਸੀਗਾ ਇਹਦਾ। ਇਟ ਡਿਡ ਇਟਸ ਵਰਕ ਬਾਏ ਇਸ਼ੂਇੰਗ ਗ੍ਰਾਂਟਸ ਐਂਡ ਕੰਟਰੈਕਟ। ਤਾਂ ਇਹ ਆਪਦਾ ਕੰਮ ਕਿਵੇਂ ਕਰਦੇ ਸੀ, ਜਿਵੇਂ ਇਹਨਾਂ ਨੂੰ ਕੋਈ ਗ੍ਰਾਂਟ ਮਿਲ ਗਈ ਜਾਂ ਕਿਸੇ ਕਲਾਇੰਟ ਵੱਲੋਂ ਜਾਂ ਕਿਸੇ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਮਤਲਬ ਕੋਈ ਕੰਟਰੈਕਟ ਮਿਲ ਗਿਆ ਕਿ ਇਸ 'ਤੇ ਕੰਮ ਕਰੋ, ਤਾਂ ਬਸ ਜਿੰਨਾ ਕੁ ਉਹਨਾਂ ਨੂੰ ਮਿਲਦਾ ਸੀ ਕਿਸੇ ਵੱਲੋਂ ਕੰਟਰੈਕਟ, ਉਸੇ 'ਤੇ ਹੀ ਉਸ ਟਾਈਮ 'ਤੇ ਕੰਮ ਕਰਦੇ ਸੀਗੇ। For the first few years, ARPA tried to figure out what its mission should be in 1967.
ਤਾਂ ਸ਼ੁਰੂ ਦੇ ਕੁਛ ਕੁ ਸਾਲ ਕਹਿੰਦੇ 1967 ਤੱਕ ਦਾ ਇਹਨਾਂ ਨੇ ਮਤਲਬ ਟਰਾਈ ਕੀਤਾ ਵੀ ਕਿਹੋ ਜਿਹਾ ਸਿਸਟਮ ਅਸੀਂ ਬਣਾਈਏ 1967 ਤੱਕ। ਦ ਅਟੈਂਸ਼ਨ ਆਫ ਅਰਪਾ ਦੈਨ ਡਾਇਰੈਕਟਰ ਲੈਰੀ ਰੋਬਰ ਟਰਨ ਟੂ ਨੈਟਵਰਕਿੰਗ। ਫਿਰ ਜਿਹੜਾ ਉਹਨਾਂ ਦਾ ਡਾਇਰੈਕਟਰ ਸੀਗੇ ਅਰਪਾ ਦੇ ਲੈਰੀ ਰੋਬਰਟਨ, ਉਹਨਾਂ ਨੇ ਇੱਕ ਨੈਟਵਰਕਿੰਗ ਦੇ ਵਿੱਚ ਆਪਦਾ ਟਰਨ ਲਿਆ, ਨੈਟਵਰਕਿੰਗ ਉਹਨਾਂ ਨੇ ਸਟਾਰਟ ਕੀਤੀ। ਹਿਜ਼ ਕੰਟੈਕਟਡ ਵੇਰੀਅਸ ਐਕਸਪਰਟਸ ਟੂ ਡਿਸਾਈਡ ਵਟ ਟੂ ਡੂ। ਤਾਂ ਉਹਨਾਂ ਨੇ ਆਪਦੇ ਐਕਸਪਰਟਸ ਨਾਲ ਕੁਛ ਕੁ ਨਾਲ ਮਤਲਬ ਡਿਸਕਸ ਕੀਤਾ ਕਿ ਕੀ ਕਰਨਾ ਚਾਹੀਦਾ। ਵਨ ਆਫ ਦੈਮ ਵੈਸਲੇ ਕਲਾਰਕ। ਤਾਂ ਉਹਨਾਂ ਦੇ ਜਿਹੜੇ ਐਕਸਪਰਟ ਸੀਗੇ ਉਹਨਾਂ ਦੇ ਵਿੱਚੋਂ ਇੱਕ ਸੀਗੇ ਵੈਸਲੇ ਕਲਾਰਕ। ਉਹਨਾਂ ਨੇ ਸੁਜੈਸਟ ਕੀਤਾ ਪੈਕੇਟ ਸਵਿਚਿੰਗ ਸਬਨੈਟ। ਪੈਕੇਟ ਸਵਿਚਿੰਗ ਸਬਨੈਟ ਬਣਾਇਆ ਜਾਵੇ ਇੱਕ, ਜਿਹਦੇ ਨਾਲ ਕਿ ਆਪਾਂ ਇਹੋ ਜਿਹਾ ਆਪਾਂ ਬਣਾ ਸਕਦੇ ਹਾਂ ਜਿਹੜਾ ਫਿਗਰ 20 ਦੇ ਵਿੱਚ ਸ਼ੋ ਹੋ ਰਿਹਾ ਕਿ ਕਨੈਕਸ਼ਨ ਇੱਕ ਤੋਂ ਜ਼ਿਆਦਾ ਹੋਣ, ਤਾਂ ਕਿ ਜੇ ਇੱਕ ਕਨੈਕਸ਼ਨ ਵੀ ਲੋਸਟ ਹੋ ਗਿਆ ਤਾਂ ਦੂਸਰੇ ਕਨੈਕਸ਼ਨ ਦੇ ਥਰੂ ਹੈ ਜਿਹੜਾ ਆਪਾਂ ਡਾਟਾ ਸੈਂਡ ਕਰ ਸਕਦੇ ਹਾਂ। ਨੈਕਸਟ ਵਾਲਾ ਅੱਗੇ ਇਹ ਵਾਲੀ ਥਿਊਰੀ 'ਚ ਸਿਰਫ ਨੀਚੇ ਵਾਲਾ ਡਾਇਗਰਾਮ ਹੀ ਐਕਸਪਲੇਨ ਕੀਤਾ ਹੋਇਆ, ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਦੇਖੋ ਜਿਵੇਂ ਅਲੱਗ-ਅਲੱਗ ਜਿਹੜੇ ਰਾਊਂਡ ਹੈਗੇ ਨੇ ਉਹ ਆਪਣੇ ਸਿਸਟਮ ਨੇ, ਕਿ ਅਲੱਗ-ਅਲੱਗ ਆਪਾਂ ਸਿਸਟਮ ਹੈ, ਅਲੱਗ-ਅਲੱਗ ਆਫਿਸ ਹੈ। ਤਾਂ ਉਹਨਾਂ ਦੇ ਵਿੱਚ ਜਿਹੜੀਆਂ ਲਾਈਨਸ ਨੇ ਉਹਨੂੰ ਆਪਾਂ IMP ਪ੍ਰੋਟੋਕੋਲ ਕਹਿੰਦੇ ਹਾਂ, ਇੰਟਰਫੇਸ ਮੈਸੇਜਿੰਗ ਪ੍ਰੋਸੈਸਰ। ਤਾਂ ਦੇਖੋ ਦੋ ਆਫਿਸ ਦੇ ਵਿੱਚ ਹੈ ਜਿਹੜੇ ਇੱਕ ਤੋਂ ਵੱਧ IMPs ਹੈ, ਇੱਕ ਤੋਂ ਵੱਧ ਪ੍ਰੋਸੈਸਰਸ ਨੇ, ਤਾਂ ਕਿ ਜੇਕਰ ਇੱਕ ਪ੍ਰੋਸੈਸਰ ਇੱਕ ਟਾਈਮ 'ਤੇ ਫੇਲ ਹੋ ਗਿਆ ਡੇਟਾ ਸੈਂਡ ਕਰਨੀਓ ਤਾਂ ਆਪਾਂ ਦੂਸਰੇ ਪ੍ਰੋਸੈਸਰ ਦੇ ਥਰੂ ਹੈ ਜਿਹੜਾ ਡੇਟਾ ਸੈਂਡ ਕਰ ਸਕਦੇ ਹਾਂ। The subnet would consist of mini computers called IMPs, interface messaging processor, connected by 56 kbps transmission lines। ਤਾਂ ਇਹਨਾਂ ਦੇ ਵਿੱਚ ਜਿਹੜੀਆਂ ਲਾਈਨਸ ਯੂਜ਼ ਕੀਤੀਆਂ ਗਈਆਂ 56 ਕਿਲੋਬਾਈਟ ਪਰ ਸੈਕਿੰਡ, ਕਿ 56 ਕਿਲੋਬਾਈਟ ਦਾ ਜਿਹੜਾ ਡੇਟਾ ਇੱਕ ਸੈਕਿੰਡ ਦੇ ਵਿੱਚ ਇਹ ਸ਼ੇਅਰ ਕਰ ਸਕਦੇ ਆ। ਤਾਂ ਆਪਾਂ ਉਹਦੇ ਵਿੱਚ ਦੋ ਸਿਸਟਮ ਦੇ ਵਿੱਚ ਐਟ ਲੀਸਟ 2, ਘੱਟ ਤੋਂ ਘੱਟ 2 IMP ਆਪਾਂ ਬਣਾਉਣੇ ਹੀ ਬਣਾਉਣੇ ਆ, ਵੱਧ ਤੋਂ ਵੱਧ ਕਿੰਨੇ ਵੀ ਹੋ ਸਕਦੇ ਆ। 2 ਇਸ ਲਈ ਬਣਾਉਣੇ ਤਾਂ ਕਿ ਜੇ ਇੱਕ ਪ੍ਰੋਸੈਸਰ ਫੇਲ ਹੋ ਗਿਆ ਤਾਂ ਦੂਸਰੇ ਪ੍ਰੋਸੈਸਰ ਦੇ ਥਰੂ ਹੈ ਜਿਹੜਾ ਆਪਾਂ ਡਾਟਾ ਸੈਂਡ ਕਰ ਸਕੀਏ, ਆਪਣੇ ਕੋਲ ਅਲਟਰਨੇਟਿਵ ਪਾਥ ਹੋਵੇ ਡਾਟਾ ਸੈਂਡ ਕਰਨ ਦਾ। ਤਾਂ ਕਰਕੇ ਘੱਟ ਤੋਂ ਘੱਟ ਐਟਲੀਸਟ 2 IMP ਆਪਾਂ ਯੂਜ਼ ਕਰਦੇ ਹਾਂ, ਵੱਧ ਤੋਂ ਵੱਧ ਕਿੰਨੇ ਵੀ ਹੋ ਸਕਦੇ ਨੇ। ਨੈਟਵਰਕ ਵਾਸ ਟੂ ਕੰਸਿਸਟ ਆਫ ਐਨ IMP ਐਂਡ ਹੋਸਟ ਇਨ ਦਾ ਸੇਮ ਰੂਮ ਕਨੈਕਟਡ ਬਾਏ ਸ਼ਾਰਟ ਵਾਇਰ। ਉਹੀ ਹੈ ਕਿ ਦੋ ਸੇਮ ਰੂਮਸ ਦੇ ਵਿੱਚ ਜਿਹੜਾ ਸ਼ਾਰਟ ਵਾਇਰ ਦੇ ਥਰੂ IMP ਜਿਹੜਾ ਬਣਾਇਆ ਜਾਂਦਾ। ਹੋਸਟ ਕੁਡ ਸੈਂਡ ਮੈਸੇਜ, ਹੋਸਟ ਹੈ ਜਿਹੜਾ ਮੈਸੇਜ ਸੈਂਡ ਕਰ ਸਕਦਾ 8063 ਬਿਟਸ ਟੂ IMP ਵਿੱਚ। ਕਹਿ ਤਾਂ ਉਹ ਜਿਹੜਾ ਹੋਸਟ ਹੈ ਉਹ ਸੈਂਡ ਕਰੂਗਾ 8063 ਬਿਟਸ ਦਾ ਡੇਟਾ, ਬਟ IMP ਹੈ ਜਿਹੜਾ ਉਹਨਾਂ ਦੇ ਪੈਕਟ ਬਣਾ ਲੂਗਾ 1008 ਬਿਟਸ ਦੇ ਅਲੱਗ-ਅਲੱਗ ਪੈਕਟ ਬਣਾ ਲੂਗਾ, ਅਤੇ ਫਿਰ ਉਹਦੇ ਥਰੂ ਹੈ ਜਿਹੜਾ ਡਾਟਾ ਰਿਸੀਵਰ ਤੱਕ ਪਹੁੰਚਾ ਦੂਗਾ। ਅਰਪਾ ਦੈਨ ਪੁੱਟਸ ਆਊਟ ਅ ਟੈਂਡਰ ਫॉर ਬਿਲਡਿੰਗ ਅ ਸਬਨੈਟ। ਫਿਰ ਅਰਪਾ ਤੋਂ ਬਾਅਦ ਇੱਕ ਉਹਦਾ ਸਬਨੈਟ ਤਿਆਰ ਕੀਤਾ ਗਿਆ। 12 ਕੰਪਨੀਜ਼ ਬਿਡ ਫॉर ਇਟ। ਤਾਂ 12 ਮਤਲਬ ਇੱਕ ਸਬਨੈਟ ਤਿਆਰ ਕਰਨ ਲਈ ਕੋਈ ਟੈਂਡਰ ਪਾਸ ਹੋਇਆ, ਉਹਦੇ ਵਿੱਚ 12 ਕੰਪਨੀਜ਼ ਆਈਆਂ ਸੀਗੀਆਂ, ਬਟ ਜਿਹੜਾ BVN ਨੇ ਅਰਪਾ ਨੂੰ ਸਿਲੈਕਟ ਕੀਤਾ। ਤਾਂ ਫਿਰ 1968 ਦਸੰਬਰ ਦੇ ਵਿੱਚ ਜਿਹੜਾ ਕੰਟਰੈਕਟ ਜਿਹੜਾ ਸਬਨੈਟ ਸੋਫਟਵੇਅਰ ਦਾ ਕੰਟਰੈਕਟ ਅਰਪਾ ਨੂੰ ਮਿਲਿਆ, ਅਤੇ ਅਰਪਾ ਦੇ ਵਿੱਚ ਫਿਰ ਅਰਪਾ ਨੇ ਜਿਹੜਾ ਅਰਪਾ ਕੰਪਨੀ ਸੀਗੀ ਐਡਵਾਂਸਡ ਰਿਸਰਚ ਪ੍ਰੋਟੈਕਟਸ ਏਜੰਸੀ ਹੈ, ਇਹਨੇ ਫਿਰ ਆਪਣਾ ਨੈਟਵਰਕ ਸਟੈਬਲਿਸ਼ ਕੀਤਾ, ਜੋ ਕਿ ਆਪਾਂ ਕੀਤਾ ਕਿ 2 ਤੋਂ ਵੱਧ ਆਫਿਸਿਸ ਦੇ ਵਿੱਚ ਹੈ ਜਿਹੜਾ 2 ਆਫਿਸਿਸ ਦੇ ਵਿੱਚ 2 ਤੋਂ ਵੱਧ IMP ਪ੍ਰੋਟੋਕੋਲ ਯੂਜ਼ ਕੀਤੇ ਜਾਣ, ਤਾਂ ਕਿ ਜੇਕਰ ਕੋਈ ਵੀ ਪ੍ਰੋਬਲਮ ਆਉਂਦੀ ਇੱਕ ਪ੍ਰੋਟੋਕੋਲ ਦੇ ਵਿੱਚ ਤਾਂ ਸੈਕਿੰਡ ਪ੍ਰੋਟੋਕੋਲ ਦੇ ਥਰੂ ਹੈ ਜਿਹੜਾ ਆਪਾਂ ਡਾਟਾ ਸੈਂਡ ਕਰ ਸਕਦੇ ਹਾਂ। ਇਹ ਆਪਣਾ ਨੋਬਲ ਨੈਟਵੇਅਰ ਅਤੇ ARPANET ਸੀ। ਦੇਖੋ ਇਹਦੇ ਵਿੱਚ ਥਿਊਰੀ ਆਪਣੀ ਜ਼ਿਆਦਾ ਵੱਡੀ ਨਹੀਂ ਬਣਦੀ, ਤਾਂ ਇਹ ਆਪਾਂ ਨੂੰ ਸ਼ਾਰਟ ਕੁਐਸਚਨ ਦੇ ਵਿੱਚ ਆ ਸਕਦੇ ਨੇ। ਜੇਕਰ ਲੈਂਥੀ ਕੁਐਸਚਨ ਦੇ ਵਿੱਚ ਆਉਂਦਾ ਤਾਂ ਆਪਾਂ ਟਰਾਈ ਕਰਾਂਗੇ ਕਿ ਆਪਾਂ ਦੂਸਰੇ ਟੌਪਿਕ ਹੀ ਇੰਨੇ ਜ਼ਿਆਦਾ ਵਧੀਆ ਕਰ ਲਈਏ ਕਿ ਆਪਾਂ ਨੂੰ ਇਹਨੂੰ ਛੇੜਨ ਦੀ ਲੋੜ ਹੀ ਨਾ ਪਵੇ। ਬਿਲਕੁਲ ਥਰੈਟੀਕਲ ਸਬਜੈਕਟ ਹੈ, ਹਿਸਟਰੀ ਹੈ, ਕਿ ਜਿਵੇਂ ਇਹਦੇ ਵਿੱਚ ਡੇਟਸ ਯਾਦ ਕਰਨੀਆਂ ਪੈਣਗੀਆਂ, ਤਾਂ ਸ਼ਾਰਟ ਦੇ ਵਿੱਚ ਆਪਾਂ ਇਹਨੂੰ ਕਰ ਸਕਦੇ ਹਾਂ। ਤਾਂ ਆਪਣਾ ਸੈਕਸ਼ਨ A ਜੀ ਅੱਜ ਕੰਪਲੀਟ ਹੋ ਗਿਆ। ਕੱਲ੍ਹ ਤੋਂ ਆਪਾਂ ਸੈਕਸ਼ਨ B ਸਟਾਰਟ ਕਰਾਂਗੇ। ਥੈਂਕ ਯੂ ਸੋ ਮਚ। ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਪਲੀਜ਼ ਪੁੱਛ ਲਿਓ।